जय हिंद ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ। ਅੱਜ ਦੇ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ 20 ਇੰਪੋਰਟੈਂਟ MCQs ਫਰੋਮ ਇਕਨੋਮੀ ਸੈਕਸ਼ਨ, ਰਾਈਟ। ਤੇ ਸਟਾਰਟ ਕਰਦੇ ਹਾਂ ਇਹਦਾ ਸੈਸ਼ਨ। ਇੱਕ ਵਾਰੀ ਤੁਸੀਂ ਵੀਕਲੀ ਸ਼ਡਿਊਲ ਜਿਹੜਾ ਹੈ ਦੇਖ ਸਕਦੇ ਹੋ, ਇਹਦੀ ਫੋਟੋ ਖਿੱਚ ਕੇ ਰੱਖ ਸਕਦੇ ਹੋ so that you can benefit from all the different initiatives which Punjab Success Mantra keeps on bringing for you। ਸਾਰੇ ਜਿੰਨੇ ਵੀ ਤੁਸੀਂ ਗਵਰਨਮੈਂਟ ਐਗਜ਼ਾਮ ਦੇ ਰਹੇ ਹੋ ਉਹਨਾਂ ਸਾਰਿਆਂ ਦੀ ਤਿਆਰੀ ਲਈ। Alright, so let's begin with the first question। ਪਹਿਲਾ ਕੁਐਸਚਨ ਕੀ ਕਹਿ ਰਿਹਾ, which of the following is or are correct regarding transfer payments। ਪਹਿਲੀ ਸਟੇਟਮੈਂਟ ਕੀ ਹੈ, governments use such payments as means of income redistribution। ਦੂਜੀ, transfer payments may be conditional cash transfers or unconditional cash transfers। ਸੋ ਤੁਸੀਂ ਦੱਸਣਾ ਇੱਥੇ ਕਿ ਬਈ ਕਿਹੜੀ ਸਟੇਟਮੈਂਟ ਜਿਹੜੀ ਹੈ ਇਹਨਾਂ ਚੋਂ ਉਹ ਸਹੀ ਹੈ। ਯੂ ਹੈਵ ਟੂ ਮਾਰਕ ਦੀ ਕਰੈਕਟ ਸਟੇਟਮੈਂਟ। ਸੋ ਆਈ ਹੋਪ ਯੂ ਵਿਲ ਆਨਸਰ ਇਟ ਇਨ ਦੀ ਕਮੈਂਟ ਸੈਕਸ਼ਨ। ਡਿਸਕਸ ਕਰਦੇ ਹਾਂ। ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਕਿ ਸਰਕਾਰ ਜਿਹੜੀ ਹੈ ਟ੍ਰਾਂਸਫਰ ਪੇਮੈਂਟਸ, ਪਹਿਲੀ ਗੱਲ ਤੇ ਕੀ ਹੁੰਦੀ ਹੈ, ਜਦੋਂ ਤੁਸੀਂ ਕੋਈ ਵੀ ਕੰਮ ਕਰਕੇ ਨਹੀਂ ਦੇ ਰਹੇ, ਯੂ ਆਰ ਨਾਟ ਪਰਫਾਰਮਿੰਗ ਐਨੀ ਕਾਈਂਡ ਆਫ ਵਰਕ, ਰਾਈਟ। ਤੇ ਉਹ ਸਿਰਫ ਜਿਹੜੀ ਹੈ ਤੁਹਾਨੂੰ ਦਿੱਤੀ ਜਾ ਰਹੀ ਹੈ ਜਸਟ ਐਜ਼ ਅ ਸਪੋਰਟ ਮੈਕੈਨਿਜ਼ਮ। ਇਟ ਇਜ਼ ਜਸਟ ਬੀਇੰਗ ਟ੍ਰਾਂਸਫਰਡ ਟੂ ਯੂ। ਜਿਵੇਂ ਕਿ ਮੰਨ ਲਓ ਕੋਈ ਕਿਸੇ ਨੇ ਗਿਫਟ ਦਿੱਤਾ, ਕੋਈ ਕਿਸੇ ਨੇ ਤੁਹਾਨੂੰ ਸਬਸਿਡੀ ਦਿੱਤੀ ਸਰਕਾਰ ਨੇ, ਉਹਦੇ ਲਈ ਤੁਸੀਂ ਕੁਝ ਕਰ ਨਹੀਂ ਰਹੇ ਹੋ, ਯੂ ਆਰ ਨਾਟ ਪਰਫਾਰਮਿੰਗ ਐਨੀ ਵਰਕ, ਰਾਈਟ। ਤੇ ਸਰਕਾਰ ਕਾਹਦੇ ਲਈ ਯੂਜ਼ ਕਰਦੀ ਹੈ ਇਹਨੂੰ? ਇਨਕਮ ਨੂੰ ਰੀਡਿਸਟ੍ਰੀਬਿਊਟ ਕਰਨ ਲਈ, ਕਿ ਜਿਹੜੇ ਰਿਚ ਨੇ ਉਹਨਾਂ ਨੂੰ ਟੈਕਸ ਕਰਕੇ ਉਹਨਾਂ ਤੋਂ ਪੈਸਾ ਇਕੱਠਾ ਕੀਤਾ ਤੇ ਫਿਰ ਉਸ ਮਨੀ ਨੂੰ ਯੂਜ਼ ਕਰਕੇ ਕੀ ਕੀਤਾ, ਸਬਸਿਡੀ ਜਿਹੜੀ ਹੈ ਉਹ ਕਿਸੇ ਨੀਡਡ ਸੈਕਸ਼ਨ ਆਫ ਸੋਸਾਇਟੀ ਨੂੰ, ਵਲਨਰੇਬਲ ਸੈਕਸ਼ਨ ਆਫ ਸੋਸਾਇਟੀ ਨੂੰ ਪ੍ਰੋਵਾਈਡ ਕੀਤੀ। ਸੋ ਦੈਟ ਇਜ਼ ਟਰੂ। ਦੂਜੀ ਜਿਹੜੀ ਸਟੇਟਮੈਂਟ ਹੈ that is these may be conditional। ਕੰਡੀਸ਼ਨਲ ਦਾ ਮਤਲਬ ਕਿ ਮੰਨ ਲਓ if you have a girl child, ਕਿ ਜੇ ਕੋਈ ਗਰਲ ਚਾਈਲਡ ਹੈ ਘਰ ਵਿੱਚ ਤੇ ਉਹਦੀ ਐਜੂਕੇਸ਼ਨ ਜੇ ਤੁਸੀਂ ਕੰਪਲੀਟ ਕੀਤੀ, ਉਹਦੀ ਉਹਦੀ ਪ੍ਰੀਲਿਮਿਨਰੀ ਐਜੂਕੇਸ਼ਨ ਜਾਂ ਫਿਰ ਉਹਦੀ ਪ੍ਰਾਇਮਰੀ ਐਜੂਕੇਸ਼ਨ, ਸੈਕੰਡਰੀ ਐਜੂਕੇਸ਼ਨ, ਤੇ ਉਹ ਜਿੰਨੇ ਸਾਲ ਕੰਪਲੀਟ ਕਰੇਗੀ ਆਪਣੀ ਪੜ੍ਹਾਈ ਦੇ, ਉਸ ਹਿਸਾਬ ਨਾਲ ਸਬਸਿਡੀ ਜਿਹੜੀ ਟ੍ਰਾਂਸਫਰ ਕੀਤੀ ਜਾਏਗੀ ਜਾਂ ਫਿਰ ਇੱਕ ਜਿਹੜਾ ਕੈਸ਼ ਬੈਨੀਫਿਟ ਟ੍ਰਾਂਸਫਰ ਦਿੱਤਾ ਜਾਏਗਾ, ਉਹ ਕੰਡੀਸ਼ਨ ਪੂਰੀ ਹੋਣ ਤੇ ਜਿਹੜਾ ਹੈ ਟ੍ਰਾਂਸਫਰ ਕੀਤਾ ਜਾਏਗਾ। ਆਲਸੋ ਇਟ ਕੈਨ ਬੀ ਅਨਕੰਡੀਸ਼ਨਲ, ਕਿ ਉਹਦੇ ਤੇ ਕੋਈ ਵੀ ਕੰਡੀਸ਼ਨ ਜਿਹੜੀ ਹੈ ਉਹ ਅਸੀਂ ਨਹੀਂ ਇੰਟਰੋਡਿਊਸ ਕੀਤੀ, ਰਾਈਟ। ਜਿਵੇਂ ਕਿ ਹੋ ਸਕਦਾ ਹੈ ਕਿ ਕੋਈ ਮੰਨ ਲਓ MSP ਸਰਕਾਰ ਦਿੰਦੀ ਹੈ, ਰਾਈਟ, ਦੈਟ ਇਜ਼ ਆਲਸੋ ਕਿ ਉਹਤੇ ਕੋਈ ਇਦਾਂ ਦੀ ਕੰਡੀਸ਼ਨ ਜਿਹੜੀ ਹੈ ਨਹੀਂ ਲਗਾਈ ਗਈ ਹੈ ਕਿ ਤੁਸੀਂ ਕੁਝ ਕਰੋ, ਕੋਈ ਕੰਡੀਸ਼ਨ ਨੂੰ ਫੁਲਫਿਲ ਕਰੋਗੇ then only you will be given that subsidy। so for question number 1, both statement 1 and 2 are correct। ਤੁਹਾਡਾ ਆਨਸਰ ਕੀ ਹੋ ਜਾਏਗਾ? C, that is both 1 and 2, right। ਠੀਕ ਹੈ। ਦੂਜਾ ਕੁਐਸਚਨ ਕੀ ਹੈ ਜੀ, ਦੇਖੋ, how many of the below given pairs is or are correctly matched। ਪਹਿਲਾ, United Nations Human Development Index ਮਹਿਬੂਬੁਲ ਹਕ। दूजा, ग्रॉस नेशनल हैप्पीनेस सिंगमे वांगचुक। तीजा, जेंडर एम्पावरमेंट मेजर OECD। so you have to tell which of the pairs or how many of the pairs are correctly matched। one pair only, two pairs, three pair, all the pairs, या फिर none of the pairs। ਤੇ ਇੱਥੇ ਆਨਸਰ ਕੀ ਹੋਏਗਾ? ਆਨਸਰ ਵਿਲ ਬੀ B, that is two pairs, ਕਿਉਂਕਿ ਜੈਂਡਰ ਐਮਪਾਵਰਮੈਂਟ ਮੈਜਰ ਜਿਹੜਾ ਹੈ ਉਹਦਾ ਸੰਬੰਧ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਨਾਲ ਹੈ, OECD ਨਾਲ ਨਹੀਂ ਹੈ। ਸਿੰਗਵੇ ਵਾਂਗਚੁਕ ਸਾਨੂੰ ਪਤਾ ਹੈ ਫਾਰਮਰ ਕਿੰਗ ਜਿਨ੍ਹਾਂ ਨੇ ਗ੍ਰੋਸ ਨੈਸ਼ਨਲ ਹੈਪੀਨੈਸ ਦੀ ਗੱਲ ਕੀਤੀ ਸੀ, ਸੋ ਹੀ ਇਜ਼ ਐਸੋਸੀਏਟਡ ਵਿਦ ਦੈਟ। ਦੈਨ UN ਹਿਊਮਨ ਡਿਵੈਲਪਮੈਂਟ ਇੰਡੈਕਸ ਜਿਹੜਾ ਹੈ that is related to famous economist ਮਹਿਬੂਬੁਲ ਹਕ। ਸੋ ਆਨਸਰ ਵਿਲ ਬੀ B। ਠੀਕ ਹੈ ਜੀ। ਅਸੀਂ ਦੇਖ ਲਿਆ ਇੱਥੇ ਕਿ 1990 ਵਿੱਚ ਹਿਊਮਨ ਡਿਵੈਲਪਮੈਂਟ ਇੰਡੈਕਸ ਕਰਨ ਚ ਅਮਰਤਿਆ ਸੇਨ ਤੇ ਪਾਕਿਸਤਾਨੀ ਇਕਨੋਮਿਸਟ ਮਹਿਬੂਬੁਲ ਹਕ ਨੇ ਜਿਹੜੀ ਹੈ ਅੱਛੀ ਭੂਮਿਕਾ ਨਿਭਾਈ ਸੀਗੀ। ਅਪਾਰਟ ਫਰਮ ਦੈਟ, ਜੈਂਡਰ ਐਮਪਾਵਰਮੈਂਟ ਮੈਜਰ ਨੂੰ ਅਸੀਂ ਦੇਖਦੇ ਹਾਂ ਕਿ ਡਿਜ਼ਾਈਨ ਕੀਤਾ ਗਿਆ ਸੀ ਜੈਂਡਰ ਇਕੁਐਲਿਟੀ ਲਈ, ਐਂਡ ਇਟ ਇਜ਼ ਅ UNDP attempt to give you certain understanding in terms of how both of the genders are performing and leading their lives, right। ठीक है। तीजे क्वेश्चन पे बढ़ते हैं। GV Ramakrishna Commission was established for making suggestions on disinvestment, twin balance sheet problem, classification of public sector enterprises या फिर de-reservation of public sector। ਪਲੀਜ਼ ਮਾਰਕ ਯੋਰ ਆਨਸਰਸ ਜ਼ਰੂਰ ਮਾਰਕ ਕਰਦੇ ਰਹੋ ਨਾਲ ਦੇ ਨਾਲ। ਦੇਖੋ, ਇਹ ਜਿਹੜਾ ਕਮਿਸ਼ਨ ਹੈ, ਇਸ ਕਮਿਸ਼ਨ ਦਾ ਨਾਂ ਹੀ ਸੀਗਾ ਡਿਸਇਨਵੈਸਟਮੈਂਟ ਕਮਿਸ਼ਨ। ਸੋ ਆਨਸਰ ਵਿਲ ਬੀ A। ਇਹਨੂੰ ਐਸਟੈਬਲਿਸ਼ ਕੀਤਾ ਗਿਆ ਸੀ ਸਰਕਾਰ ਦੁਆਰਾ ਇਨ ਦੀ ਈਅਰ 1996 ਅੰਡਰ ਚੇਅਰਮੈਨਸ਼ਿਪ ਆਫ GV ਰਾਮਕ੍ਰਿਸ਼ਨ ਐਂਡ ਇਟ ਇਜ਼ ਨੋਨ ਐਜ਼ ਡਿਸਇਨਵੈਸਟਮੈਂਟ ਕਮਿਸ਼ਨ। ਬਟ ਇਹਨੂੰ 2004 ਤੋਂ ਬਾਅਦ ਜਿਹੜਾ ਹੈ ਸਰਕਾਰ ਨੇ ਕੰਟੀਨਿਊ ਨਹੀਂ ਕੀਤਾ, ਰਾਈਟ। ਠੀਕ ਹੈ। Question number 4, which of the following 5-year plans had the objectives of modernization of technology, ensuring continuous decrease in poverty and unemployment through schemes for transferring skill sets and providing slack season employment, controlling population explosion।
ਸੋ ਤੁਸੀਂ ਇੱਥੇ ਦੱਸਣਾ ਹੈ ਕਿ ਬਈ ਜਿਹੜਾ ਕਿਹੜਾ 5 ਵਰਸ਼ੀ परियोजना ਸੀਗੀ ਜਿਹਦੇ ਵਿੱਚ ਇਹ ਟਾਰਗੇਟ ਸਰਕਾਰ ਲੈ ਕੇ ਚੱਲੀ ਸੀ 12ਵੀਂ 5ਵੀਂ ਚੌਥੀ ਜਾਂ ਫਿਰ ਛठी। ਆਲਰਾਈਟ, ਡਿਸਕਸ ਕਰਦੇ ਹਾਂ। ਆਨਸਰ ਇੱਥੇ ਹੋਏਗਾ ਡੀ, ਦੈਟ ਇਜ਼ 6th 5 ਈਅਰ ਪਲਾਨ ਜਿਹੜਾ ਹੈ ਉਹਦੇ ਇਹ ਸਾਰੇ ਟਾਰਗੇਟ ਸੀਗੇ। ਤੇ ਅਸੀਂ ਦੇਖਦੇ ਹਾਂ ਕਿ ਬਈ ਪੀਸੀਐਸ ਹੋਵੇ ਜਾਂ ਫਿਰ ਹੋਰ ਵੀ ਕੋਈ ਐਗਜ਼ਾਮਸ ਹੋਣ, ਉਹਦੇ ਵਿੱਚ ਸਰਕਾਰ ਪਲੈਨਿੰਗ ਤੋਂ ਰਿਲੇਟਡ ਪਲੈਨਿੰਗ ਕਮਿਸ਼ਨ ਦੇ ਜਿਹੜੇ ਪਲਾਨਸ ਸੀਗੇ ਹੁਣ ਤੇ ਜਿਹੜੇ ਨਹੀਂ ਬਣਦੇ ਕਿਉਂਕਿ ਪਲੈਨਿੰਗ ਕਮਿਸ਼ਨ ਇਜ਼ ਨੋ ਮੋਰ ਐਗਜ਼ਿਸਟਿੰਗ ਐਜ਼ ਅ ਬੋਡੀ। ਤੋ ਦੇ ਜਿਹੜੇ ਪਲਾਨ ਸੀਗੇ ਉਹਨਾਂ ਦੇ ਆਬਜੈਕਟਿਵ, ਉਹਨਾਂ ਦਾ ਸਕਸੈਸ, ਉਹਨਾਂ ਦੇ ਫੇਲਿਅਰਸ, ਇਹਦੇ ਬਾਰੇ ਕੁਐਸਚਨ ਜਿਹੜਾ ਹੈ ਕਮਿਸ਼ਨ ਹਲੇ ਵੀ ਪੁੱਛ ਰਿਹਾ, ਰਾਈਟ। ਠੀਕ ਹੈ, ਤੇ ਇਹ ਤੁਸੀਂ ਦੇਖ ਸਕਦੇ ਹੋ ਛੋਟੇ 5 ਈਅਰ ਦੇ ਜਿਹੜੇ ਪਲਾਨ ਸੀਗੇ ਤੇ ਇਹਨੂੰ ਕਹਿ ਸਕਦੇ ਹਾਂ ਕਿ ਅਸੀਂ ਇਹ ਆਲਮੋਸਟ ਸਕਸੈਸਫੁਲੀ ਸੀਗਾ ਆਪਣੇ ਗਰੋਥ ਟਾਰਗੇਟਸ ਨੂੰ ਅਚੀਵ ਕਰਨ ਚ। Alright, moving to question number 5, which of the following is or are correct regarding International Center for Settlement of Investment Disputes, that is ICSID? Pehla, India is one of the prominent developing countries that has refrained from joining ICSID convention. Duja, it was established in 1966 by the Convention on Settlement of Investment Disputes between states and nationals of other states. Yes, so please mark your answers. देखो, ਜਿਹੜਾ ICSID ਹੈ, it is one of the 5 organizations under the World Bank group, ਠੀਕ ਹੈ। ਤੇ ਇਹ ਇੰਡੀਆ ਜਿਹੜਾ ਹੈ ਇਹਦਾ ਮੈਂਬਰ ਨਹੀਂ ਹੈ। it is the only World Bank member group, it is the only World Bank group member ਜਿਹਦਾ ਇੰਡੀਆ ਜਿਹੜਾ ਹੈ ਉਹ ਮੈਂਬਰ ਨਹੀਂ ਬਣਿਆ। ਕਿਉਂ ਨਹੀਂ ਬਣਿਆ? ਇਹਦੇ ਰੀਜ਼ਨਸ ਨੇ ਕਈ ਸਾਰੇ, ਕਿ ਅਸੀਂ ਇਹ ਦੇਖਿਆ ਕਿ ਜਿਹੜਾ ICSID ਦੇ ਰੂਲਸ ਨੇ, ਜਿਹੜੀ ਇਹਦੀ ਇਨਕਲੀਨੇਸ਼ਨ ਹੈ ਉਹ ਕਿਹਦੇ ਵੱਲ ਹੈ? it is more towards the developed part of the world, developed countries ਜਿਹੜੇ ਨੇ ਉਹਨਾਂ ਦੇ ਵੱਲ ਇਹਦਾ ਝੁਕਾਵ ਜ਼ਿਆਦਾ ਹੈ, ਰਾਈਟ। ਤੇ ਇਸ ਕਰਕੇ ਇੰਡੀਆ ਨੇ ਇਸ ਨੂੰ ਜੁਆਇਨ ਨਹੀਂ ਕੀਤਾ। ਆਲਸੋ ਪਹਿਲੀ ਸਟੇਟਮੈਂਟ ਇਸ ਕਰਕੇ ਸਹੀ ਹੋਏਗੀ। ਦੂਜੀ, that it was established in 1966 by this convention, then this is also true, your answer will be C, both 1 and 2 are correct, ਠੀਕ ਹੈ ਜੀ। ਤੇ ਇੱਥੇ ਦੇਖੋ ਦੋ ਰੀਜ਼ਨ ਨੇ ਕਿ ਜਿਹੜਾ ਰੂਲਸ ਫॉर ਆਰਬਿਟ੍ਰੇਸ਼ਨ ਨੇ they are heavily biased towards the developed countries, ਤੇ ਦੂਜਾ there is no scope for a review of the award by an Indian court even if it violates India's public policy। ਕਿ ਜੇ ਮੰਨ ਲਓ ਸਾਡੀ ਕੋਈ ਪਾਲਿਸੀ ਆਲਰੇਡੀ ਸਟੇਟਡ ਹੈ, ਆਲਰੇਡੀ ਇੱਕ ਪਾਲਿਸੀ ਸਾਡੀ ਫੋਰਸ ਵਿੱਚ ਹੈ, ਇਟ ਇਜ਼ ਇਨ ਇੰਪਲੀਮੈਂਟੇਸ਼ਨ, ਤੇ ਉਹਨੂੰ ਜੇ ਕੋਈ ਵਾਇਲੇਸ਼ਨ ਵੀ ਕਰੇ ਇਸ ICSID ਦਾ ਕੋਈ ਰੂਲਿੰਗ, ਤਾਂ ਵੀ ਸਾਡਾ ਕੋਰਟ ਜਿਹੜਾ ਹੈ, ਸਾਡੇ ਜਿਹੜੇ ਡੋਮੈਸਟਿਕ ਕੋਰਟਸ ਨੇ ਇੰਡੀਆ ਦੇ, ਇੰਡੀਅਨ ਕੋਰਟਸ ਜਿਹੜੇ ਨੇ ਉਹ ਚੈਲੰਜ ਨਹੀਂ ਕਰ ਸਕਦੇ ਉਹਨੂੰ। So that is also one of the reasons why India refrained from becoming a member of ICSID. All right, moving to question number 6. Consider the following statements. Pehla, international poverty line is $2.15 per person per day. Duja, this poverty line is based on 2017 purchasing power parity. So please mark the answers. All right. देखो, हाले recently की है वर्ल्ड बैंक ने अपनी poverty lines ਨੂੰ update ਕੀਤਾ ਹੈ from $1.90 to $2.15। तो पहली ਜਿਹੜੀ ਸਟੇਟਮੈਂਟ ਉਹ ਸਹੀ ਹੋਏਗੀ। ਦੂਜੀ ਕਿ ਇਹ ਜਿਹੜੀ ਹੁਣ ਇੰਟਰਨੈਸ਼ਨਲ ਪਾਵਰਟੀ ਲਾਈਨ ਬੇਸਡ ਹੈ ਕਿਹਦੇ ਤੇ ਬੇਸਡ ਹੈ? 2017 ਪਰਚੇਸਿੰਗ ਪਾਵਰ ਪੈਰਿਟੀ ਤੇ 2017 ਦੇ ਪ੍ਰਾਈਸ ਲੈਵਲ ਦੇ ਅਕੋਰਡਿੰਗਲੀ $2.15 ਜਿਹੜਾ ਹੈ ਉਹ ਆંકੜਾ ਦਿੱਤਾ ਹੈ ਹੁਣ ਵਰਲਡ ਬੈਂਕ ਨੇ ਸਪਟੈਂਬਰ ਚ ਜਿਹੜਾ ਅਪਡੇਟ ਕੀਤਾ ਗਿਆ। ਤੇ ਇੱਥੇ ਆਨਸਰ ਕੀ ਹੋਏਗਾ? ਸੀ, both 1 and 2 are correct. All right, ठीक है। ਹੁਣ ਵੱਧਦੇ ਹਾਂ question number 7, which of the following are considered to be the strengths of Indian economy? ਪਹਿਲਾ, India currently enjoys a youth bulge. दूजा, increasing size of middle class. तीजा, digital technology led positive disruption in both governance and businesses. ਤੇ ਤੁਹਾਡੇ options ਕੀ ਨੇ? 1 and 3 only, 1 and 2 only, 2 and 3 ਜਾਂ ਫਿਰ all of the above। ਦੱਸੋ ਜੀ ਕੀ ਹੋਏਗਾ ਇੱਥੇ ਆਨਸਰ ਮਾਰਕ ਕਰਕੇ ਕਮੈਂਟ ਬਾਕਸ ਵਿੱਚ। ਦੇਖੋ, ਜਦੋਂ ਪਹਿਲੀ ਸਟੇਟਮੈਂਟ ਦੀ ਗੱਲ ਕਰਦੇ ਆ ਇਹਦਾ ਮਤਲਬ ਕੀ ਹੈ ਕਿ ਸਾਡੀ ਜਿਹੜੀ ਮੀਨ ਏਜ ਹੈ ਜਾਂ ਫਿਰ ਐਵਰੇਜ ਏਜ ਹੈ that is approximately around 29 years, ਕਿ ਸਾਡੀ ਜਿਹੜੀ ਪੋਪੂਲੇਸ਼ਨ ਹੈ ਉਹ ਹਲੇ ਰਿਲੇਟਿਵਲੀ ਯੰਗ ਹੈ, ਉਹ ਕੰਮ ਕਰ ਸਕਦੀ ਹੈ, that can be employed, ਤੇ ਅਸੀਂ ਇਹਨੂੰ ਡੈਮੋਗ੍ਰਾਫਿਕ ਡਿਵੀਡੈਂਡ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਾਂ। that is one of the strength of Indian economy। ਦੂਜਾ, increasing size of middle class, ਜਿੰਨਾ ਮਿਡਲ ਕਲਾਸ ਦਾ ਸਾਈਜ਼ ਇਨਕਰੀਜ਼ ਕਰੇਗਾ ਉਨੀ ਡਿਮਾਂਡ ਵਧੇਗੀ। ਇਹ ਉਹ ਸਾਰੇ ਲੋਕ ਨੇ ਜਿਹੜੇ ਕੀ ਕਰਨਗੇ, ਆਪਣੇ ਪੈਸੇ ਨੂੰ ਜਦੋਂ ਖਰਚ ਕਰਨਗੇ ਤੇ they will increase the demand in the market, which will lead to further growth in the economy। then digital technology, ਇਹਦੇ ਕਰਕੇ ਅਸੀਂ ਦੇਖ ਰਹੇ ਹਾਂ ਕਿ ਮਾਰਕੀਟ ਦੀ ਪੈਨੀਟ੍ਰੇਸ਼ਨ ਇਨਕਰੀਜ਼ ਹੋਈ ਹੈ, ਕੰਜ਼ਿਊਮਰਸ ਨੂੰ ਕੰਪੀਟੀਟਿਵ ਪ੍ਰਾਈਸਿਸ ਤੇ ਪ੍ਰੋਡਕਟਸ ਅਵੇਲੇਬਲ ਹੋਏ ਨੇ, ਉਹਨਾਂ ਨੂੰ ਹੋਰ ਵੈਰਾਈਟੀ ਜਿਹੜੀ ਹੈ ਉਹ ਅਵੇਲੇਬਲ ਕੀਤੀ ਗਈ ਹੈ, ਰਾਈਟ। ਸੋ ਆਨਸਰ ਵਿਲ ਬੀ ਆਲ ਆਫ ਦੀ ਅਬਵ, ਡੀ ਵਿਲ ਬੀ ਦੀ ਆਨਸਰ ਹੈ। ਚਲੋ ਵਧਦੇ ਹਾਂ ਅਗਲੇ ਕੁਐਸਚਨ ਵੱਲ। Which of the following is or are incorrect regarding ZBB, zero-based budgeting? Every year budgets making starts from a base year of 0 and programs are added according to their worth.
दूजा, funding for existing items is not continued merely because a part of the project cost has already been incurred. So ਤੁਸੀਂ ਦੱਸਣਾ ਇੱਥੇ 1 only 2 only both 1 and 2 neither 1 nor 2 ਕੀ ਹੋਏਗਾ ਇੱਥੇ ਆਨਸਰ? ਇੱਥੇ ਆਨਸਰ ਹੋਏਗਾ both 1 and 2 are correct, incorrect ਕੋਈ ਵੀ ਨਹੀਂ ਹੈ, ਤਾਂ ਆਨਸਰ will be D। ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਜ਼ੀਰੋ ਬੇਸ ਬਜਟਿੰਗ ਦੀ, ਇਹਦਾ ਮਤਲਬ ਕੀ ਹੈ? ਹਰ ਸਾਲ ਸਕ੍ਰੈਚ ਤੋਂ ਸ਼ੁਰੂ ਹੋਏਗੀ ਐਲੋਕੇਸ਼ਨ, ਜ਼ੀਰੋ ਤੋਂ ਸਟਾਰਟ ਹੋਏਗੀ, ਡਿਪੈਂਡਿੰਗ ਅਪਨ ਕਿ ਜਿਹੜਾ ਵੀ ਪ੍ਰੋਜੈਕਟ ਹੈ, ਜਿਹੜੇ ਵੀ ਸਕੀਮ ਲਈ ਜਾਂ ਜਿਹਦੇ ਕਿਸੇ ਵੀ ਕੰਮ ਲਈ ਬਜਟ ਵਿੱਚ ਐਲੋਕੇਸ਼ਨ ਕੀਤੀ ਜਾ ਰਹੀ ਹੈ, ਉਹ ਐਲੋਕੇਸ਼ਨ ਜਿਹੜੀ ਹੈ ਉਹ ਕਿੰਨੀ ਕੁ ਫਰੂਟਫੁਲ ਹੋਈ ਹੈ ਪਿਛਲੇ ਸਾਲ 'ਚ, ਇਟ ਵਿਲ ਬੀ ਡਿਪੈਂਡੈਂਟ ਔਨ दैट, ਰਾਈਟ? So it will be starting from a base of zero and programs are added according to their worth। ਕਿੰਨਾ ਕੁ ਜਿਹੜਾ ਹੈ ਉਹ ਫਾਇਦੇ ਦੀ ਗੱਲ ਉੱਥੇ ਸਾਡੀ ਹੈ। ਦੂਜੀ ਸਟੇਟਮੈਂਟ ਜਿਹੜੀ ਹੈ ਕਿ ਵੀ ਫੰਡਿੰਗ ਜਿਹੜੀ ਹੈ ਐਗਜ਼ਿਸਟਿੰਗ ਆਈਟਮਸ ਲਈ ਸਿਰਫ ਇਸ ਕਰਕੇ ਕੰਟੀਨਿਊ ਨਹੀਂ ਕੀਤੀ ਜਾਏਗੀ ਕਿ ਜਸਟ ਬਿਕੋਜ਼ ਪਿਛਲਾ ਜਿਹੜਾ ਫਾਈਨੈਂਸ਼ੀਅਲ ਈਅਰ ਸੀਗਾ, ਜਿਹੜਾ ਬੀਤਾ ਵਿੱਤੀ ਵਰਸ਼ ਹੈਗਾ, ਉਹਦੇ ਵਿੱਚ ਤੁਸੀਂ ਆਲਰੇਡੀ ਕੋਈ ਖਰਚਾ ਕਰਕੇ ਬੈਠੇ ਹੋ, ਰਾਈਟ? ਸੋ ਦਿਸ ਇਜ਼ ਆਲਸੋ ਕਰੈਕਟ। ਆਨਸਰ ਕੀ ਹੋ ਗਿਆ? ਡੀ, ਕਿਉਂਕਿ ਪੁੱਛਿਆ ਕੀ ਸੀ? ਇਨਕਰੈਕਟ। आई होप जीरो बेस बजटिंग क्लियर है। इंपॉर्टेंट कॉन्सेप्ट है स्टैटिक इकोनॉमी जो तुसी पढ़दे हो ओदे विच डिफरेंट टाइप्स ऑफ बजटिंग विच जीरो बेस बजटिंग असी डिस्कस करते हैं। ऑलराइट, मूविंग टू क्वेश्चन 9। इंडस्ट्री 4.0 also referred to as the fourth industrial revolution includes which of the following? Cloud computing, IoT, Internet of Things, cyber physical systems, or all of these? Alright, so answer here will be D, that is ਜਿਹੜੇ ਇਹ ਸਾਰੇ ਨੇ ਇੰਟਰਨੈਟ इंडस्ट्री 4.0 या फिर इंडस्ट्रियल रेवोल्यूशन फोर्थ ਜਿਹੜਾ ਅਸੀਂ ਕਹਿੰਦੇ ਆ, ਉਹਦੇ ਚ we see all these are a part of industrial revolution 4.0। ठीक है, question number 10। the report titled digital banks a proposal for licensing and regulatory regime for India was released by Ministry of Commerce, Niti Aayog, Reserve Bank of India, National Council of Applied Economic Research। हाँ जी, ਇੱਥੇ ਆਨਸਰ ਹੋਏਗਾ ਤੁਹਾਡਾ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਨੀਤੀ ਨੇ ਇਹ ਰਿਪੋਰਟ ਜਿਹੜੀ ਹੈ ਰਿਲੀਜ਼ ਕੀਤੀ ਸੀ ਵਿਦ ਰਿਸਪੈਕਟ ਟੂ digital banks and how the licensings can be done and how the regulatory regime can be regulated or can be further improved for digital banks, right? So it was released by the Niti Aayog and it makes a clear case and offers a template and roadmap for a digital bank licensing and regulatory framework in India। ठीक है जी, चलो question number 11। which of the following statements is are correct regarding most favored nation? MFN ਜਿਹੜਾ ਸਟੇਟਸ ਕਦੇ ਨਿਊਜ਼ 'ਚ ਰਹਿੰਦਾ ਹੀ ਰਹਿੰਦਾ ਹੈ, ਇਹਦੇ ਲਈ ਕਿਹੜੀ ਸਟੇਟਮੈਂਟ ਸਹੀ ਹੈ ਇੱਥੇ? ਫਰਸਟ, MFN status helps countries because otherwise they face bilateral pressure। ਦੂਜਾ, it means treating one's trading partners equally on the principle of non-discrimination। ਚਲੋ ਡਿਸਕਸ ਕਰਦੇ ਹਾਂ। ਪਹਿਲੀ ਸਟੇਟਮੈਂਟ ਜਿਹੜੀ ਹੈ ਬਿਲਕੁਲ ਸਹੀ ਹੈ ਕਿ ਜਿਹੜੇ ਛੋਟੇ ਦੇਸ਼ ਨੇ, ਜੇ ਮੰਨ ਲਓ ਜੇ ਉਹਨਾਂ ਤੇ ਇਕੁਅਲੀ ਸਾਰੇ ਟ੍ਰੇਡ ਪ੍ਰੈਕਟਿਸਿਸ ਜਾਂ ਫਿਰ ਜਿਹੜੇ ਟ੍ਰੇਡ ਦੇ ਲਾਜ਼ ਨੇ ਉਹ ਐਪਲੀਕੇਬਲ ਨਹੀਂ ਹੋਣਗੇ, ਤੇ ਉਹਨਾਂ ਤੇ ਕੀ ਹੁੰਦਾ? ਹਰ ਵੇਲੇ ਬਾਇਲੈਟਰਲ ਪ੍ਰੈਸ਼ਰ ਹੁੰਦਾ ਹੈ, ਰਾਈਟ? ਦੇ ਆਰ ਨਾਟ ਏਬਲ ਟੂ ਗੇਨ ਫਰਮ ਦ ਗਲੋਬਲ ਔਰ ਵਰਲਡ ਟ੍ਰੇਡ। ਬਟ ਕਿਉਂਕਿ MFN 'ਚ ਅਸੀਂ ਦੇਖਦੇ ਹਾਂ ਕਿ ਮੰਨ ਲਓ ਇੱਕ ਕੋਈ ਕੰਟਰੀ ਹੈ, ਕੰਟਰੀ 1, ਉਹਨੇ ਕਿਸੇ ਦੂਜੇ ਕੰਟਰੀ ਨੂੰ, ਕੰਟਰੀ 2 ਨੂੰ ਕੋਈ ਟ੍ਰੇਡ ਬੈਨੀਫਿਟਸ ਜਾਂ ਫਿਰ ਟ੍ਰੇਡ ਕੰਸੈਸ਼ਨਸ ਪ੍ਰੋਵਾਈਡ ਕੀਤੇ, then it is mandatory for country 1 according to the World Trade Organization norms ਕਿ ਉਹ ਬਾਕੀ ਜਿੰਨੇ ਵੀ WTO ਦੇ ਮੈਂਬਰਸ ਨੇ, ਉਹ ਸਾਰੇ WTO ਦੇ ਮੈਂਬਰਸ ਨੂੰ ਉਹ ਟ੍ਰੇਡ ਕੰਸੈਸ਼ਨ ਜਿਹੜੇ ਨੇ ਉਹ ਐਪਲੀਕੇਬਲ ਹੋਣਗੇ। ਕੰਟਰੀ 1 ਨੇ ਕੰਟਰੀ 2 ਨੂੰ ਜੋ ਵੀ ਕੋਈ ਮੰਨ ਲਓ ਟ੍ਰੇਡ ਕੰਸੈਸ਼ਨ ਦਿੱਤਾ ਹੈ, all those trade concessions will have to be extended to all the WTO members। ਤੇ ਉਹਦੇ ਕਰਕੇ ਕੀ ਹੁੰਦਾ? ਜਿਹੜੇ ਛੋਟੇ ਕੰਟਰੀਜ਼ ਨੇ ਉਹਨਾਂ ਨੂੰ ਵੀ ਫਾਇਦਾ ਹੋ ਜਾਂਦਾ ਹੈ, ਰਾਈਟ? ਅਦਰਵਾਈਜ਼ ਕੀ ਹੈ ਕਿ ਇਹ ਸਫਰ ਕਰਦੇ ਨੇ ਬਾਇਲੈਟਰਲ ਮਲਟੀਲੈਟਰਲ ਟ੍ਰੇਡ 'ਚ ਹੈ ਨਾ, ਤੇ ਦੇ ਫੇਸ ਬਾਇਲੈਟਰਲ ਪ੍ਰੈਸ਼ਰ ਕਿ ਇਹ ਕਿਸੇ ਕੰਟਰੀ ਨਾਲ ਆਪਣਾ ਕੋਈ ਟ੍ਰੇਡ ਮੈਕੈਨਿਜ਼ਮ ਜਾਂ ਫਿਰ ਟ੍ਰੇਡ ਅਗਰੀਮੈਂਟਸ ਜਿਹੜੇ ਨੇ ਕਨਕਲੂਡ ਕਰਨ, ਰਾਈਟ? ਸੋ ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਕਰੈਕਟ ਹੈ। ਦੂਜੀ, that it means treating one's trading partners equally on the principle of non-discrimination, absolutely, ਕਿ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰੋਗੇ, ਸਾਰੇ WTO ਮੈਂਬਰਸ ਨੂੰ ਉਹ ਬੈਨੀਫਿਟਸ ਜਿਹੜੇ ਨੇ ਦਿੱਤੇ ਜਾਣਗੇ। ਸੋ ਆਨਸਰ ਵਿਲ ਬੀ C, both 1 and 2 are correct। ਠੀਕ ਹੈ ਜੀ, ਚਲੋ ਕੁਐਸਚਨ ਨੰਬਰ 12। which of the following is or are the benefits of FDI, foreign direct investment? ਪਹਿਲਾ, ਟੈਕਨੋਲੋਜੀ ਡਿਵੈਲਪਮੈਂਟ। ਦੂਜਾ, ਕ੍ਰੀਏਟਸ ਇੰਪਲੋਇਮੈਂਟ। ਤੀਜਾ, ਹਿਊਮਨ ਕੈਪੀਟਲ ਕ੍ਰੀਏਸ਼ਨ। ਤੀਜਾ, ਚੌਥਾ, ਬੈਟਰ ਮੈਨੇਜਮੈਂਟ। ਹਾਂਜੀ, ਦੱਸੋ ਜੀ ਕੀ ਹੋਏਗਾ ਇੱਥੇ? ਕੀ ਲੱਗਦਾ ਤੁਹਾਨੂੰ FDI ਦੇ ਕੀ ਬੈਨੀਫਿਟਸ ਨੇ ਇਹਨਾਂ ਚੋਂ? ਦੇਖੋ, ਪਹਿਲੀ ਜਿਹੜੀ ਆਪਸ਼ਨ ਹੈ ਟੈਕਨੋਲੋਜੀ ਡਿਵੈਲਪਮੈਂਟ, ਇਹ ਬਿਲਕੁਲ ਸਹੀ ਹੈ ਬਿਕੋਜ਼ ਵੀ ਆਲ ਨੋ ਫੋਰਨ ਡਾਇਰੈਕਟ ਇਨਵੈਸਟਮੈਂਟ FDI ਵਿੱਚ
कितनी इक्विटी इन्वेस्टमेंट हो रही है, मोर दैन 10%। पहली चीज। दूसरी चीज, जो भी बंदा ਇਹਦੇ ਚ ਇਨਵੈਸਟ ਕਰ ਰਿਹਾ ਹੈ ਉਹ ਮੈਨੇਜਮੈਂਟ ਵਿੱਚ ਵੀ ਪਾਰਟਿਸਿਪੇਟ ਕਰੇਗਾ। ਤੀਜਾ, ਉਹ ਟੈਕਨੋਲੋਜੀ ਟ੍ਰਾਂਸਫਰ ਵੀ ਕਰੇਗਾ, ਜਾਂ ਫਿਰ ਕਹਿ ਲਓ ਟੈਕਨੋਲੋਜੀਕਲੀ ਵੀ ਅਸੀਂ ਬੈਨੀਫਿਟ ਕਰ ਸਕਦੇ ਹਾਂ, ਟੈਕਨੋਲੋਜੀ ਬਾਹਰੋਂ ਜਿਹੜੀ ਹੈ ਉਹ ਆਏਗੀ, ਰਾਈਟ। ਐਂਡ ਇਟ ਇਜ਼ ਆਫ ਕੋਰਸ ਵੀ ਸੀ ਦੈਟ ਇਟ ਇਜ਼ ਲੌਂਗ ਟਰਮ, ਕਿ ਵੀ ਜਿਹੜਾ ਐਫਡੀਆਈ ਦੇ ਥਰੂ ਇਨਵੈਸਟਮੈਂਟ ਆ ਰਹੀ ਹੈ ਉਹ ਜਨਰਲੀ ਲੌਂਗ ਟਰਮ ਹੁੰਦੀ ਹੈ, ਸਟੇਬਿਲਿਟੀ ਲੈ ਕੇ ਆਉਂਦੀ ਹੈ, ਰਾਈਟ। ਲੌਂਗ ਟਰਮ ਐਂਡ इज अ स्टेबल इन्वेस्टमेंट। सो टेक्नोलॉजी डेवलपमेंट बिल्कुल एम्प्लॉयमेंट क्रिएट करेगी, बिल्कुल। क्यों? क्योंकि 10% तो ज्यादा स्टेक है, और ज्यादा तुसी एक्सपेंशन करोगे बिजनेस दी, जो बिजनेस ਨੂੰ एक्सपैंड करोगे then you will also create some opportunity for employment। then human capital creation, obviously ਤੁਸੀਂ ਕੀ ਕਰੋਗੇ ਕਿ ਜਿਹੜੀ ਤੁਹਾਡੀ ਕੰਪਨੀ ਦੀ ਹਿਊਮਨ ਰਿਸੋਰਸ ਹੈ ਉਹਦੇ ਵਿੱਚ ਹੋਰ ਵੈਲਿਊ ਐਡੀਸ਼ਨ ਕਰਨ ਦੀ ਕੋਸ਼ਿਸ਼ ਕਰੋਗੇ, ਉਹਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋਗੇ, ਉਹਨੂੰ ਹੋਰ ਬੈਟਰ ਬਣਾਉਣ ਦੀ ਕੋਸ਼ਿਸ਼ ਕਰੋਗੇ। सो थर्ड विल बी इंक्लूडेड। देन बेटर मैनेजमेंट, भाई सीधी गल है, जो बंदा एफडीआई के थ्रू पैसा लेके आ रहा है वो मैनेजमेंट विच भी पार्टिसिपेट कर रहा है, एंड मैनेजमेंट को इंप्रूव करके प्रॉफिट्स को इंक्रीज करके ज्यादा अपनी ज्यादा इन्वेस्टमेंट से कमाना चाहेगा। सो फोर्थ विल बी ऑल्सो पार्ट ऑफ द आंसर। 1, 2, 3 and 4 आंसर विल बी डी। ऑल राइट, लेट्स मूव टू क्वेश्चन नंबर 13। विच ऑफ द फॉलोइंग स्टेटमेंट्स इज आर करेक्ट? पहला, DTC या फिर डायरेक्ट टैक्स कोड has replaced the Income Tax Act 1961 and other direct tax legislations। दूसरी स्टेटमेंट, through DTC the government aims to simplify the structure of direct tax laws in India into a single legislation। ਤੁਸੀਂ ਦੱਸਣਾ ਇੱਥੇ ਕਰੈਕਟ ਸਟੇਟਮੈਂਟ ਜਿਹੜੀ ਹੈ ਉਹ ਕਿਹੜੀ ਹੈ with respect to direct tax code। ਹਾਂਜੀ, ਸੋ ਲੈਟਸ ਡਿਸਕਸ। ਪਹਿਲੀ ਸਟੇਟਮੈਂਟ ਜਿਹੜੀ ਹੈ ਉਹ ਗਲਤ ਹੈ। सरकार चाहती है कि डायरेक्ट टैक्स कोड एक लैके आए, बट हाले तक सरकार सरकार सफल नहीं हो पाई है, करके पहली स्टेटमेंट जी है दैट विल बी इनकरेक्ट। दूजी जी स्टेटमेंट है वो सही है कि थ्रू डीटीसी इट इज सरकार की करने की कोशिश कर रही है कि जिन्ने भी डायरेक्ट टैक्स तो रिलेटेड लॉज ने उन्होंने सिंपलीफाई करके एक सिंगल कोड जिहदा नाम रखा जाएगा डायरेक्ट टैक्स कोड, ये सिंपलीफाई करके सबज्यूम कर दे। सो आंसर विल बी पूछा किसी करेक्ट, only second statement is correct, answer will be B। चलो 14, question number 14, which of the following statements is or are correct regarding Beijing consensus? पहली, in the Beijing consensus state sets long term strategic priorities and pursues them in multi-year plans। दूसरा, in it authoritarian state acts as the dominant economic player by owning and controlling businesses and uses markets primarily for political capital। हाँ जी, तुसी दसना इत्थे कि भी केड़ी स्टेटमेंट्स ने जिहड़ियां सही ने विद रिस्पेक्ट टू बीजिंग कंसेंसस। ऑलराइट, डिस्कस करते हैं। देखो, बीजिंग कंसेंसस इज पुट अप बाय चाइना एज अगेंस्ट और टू काउंटर व्हाट यू कॉल एज वॉशिंगटन कंसेंसस। ਤੇ ਇੱਥੇ ਗੱਲ ਕੀ ਹੋ ਰਹੀ ਹੈ? ਇੱਥੇ ਗੱਲ ਹੋ ਰਹੀ ਹੈ ਕਿ ਬਈ ਜਿਹੜਾ ਚਾਈਨਾ ਦਾ ਮਾਡਲ ਹੈ ਆਫ ਕੈਪੀਟਲਿਜ਼ਮ, ਜਿਹਨੂੰ ਅਸੀਂ ਕਹਿ ਸਕਦੇ ਹਾਂ ਚਾਈਨਾ ਲੈਡ ਸਟੇਟ ਕੈਪੀਟਲਿਜ਼ਮ, ਉੱਥੇ ਅਸੀਂ ਦੇਖਦੇ ਹਾਂ ਕਿ ਚਾਈਨਾ ਜਿਹੜਾ ਹੈ ਉਹ ਕੀ ਕਰਦਾ ਹੈ, लॉन्ग टर्म स्ट्रेटेजिक प्रायोरिटीज एंड उन्होंने परसू करता है कि थ्रू मल्टी ईयर प्लान्स के थ्रू। सो दैट इज एब्सोल्युटली राइट। दूजी जी चीज देखने को मिलती है कि इत्थे स्टेट किवें एक्ट कर रही है, एक अथॉरिटेरियन स्टेट की तरह एक्ट कर रही है, या फिर कह लो इट इज ऑलमोस्ट एन अथॉरिटेरियन स्टेट, राइट। ते डोमिनेंट प्लेयर किहड़ा है इकोनॉमी विच? स्टेट इटसेल्फ इज द डोमिनेंट इकोनॉमिक प्लेयर। जे असीं चाइना की गल करते हैं कि उत्थे जिहड़ी चीन की सरकार है, या फिर कह लो इक्को पार्टी, उत्थे वन पार्टी सिस्टम हैगा, ते वो पार्टी ही कंट्रोल करती है, और सरकार ही कंट्रोल करती है, ओन करती है, ते ऑपरेट करती है बिजनेसेस नू मोस्टली, एंड उन्होंने यूज करती है मार्केट्स नू यूज करती है प्राइमरीली फॉर पॉलिटिकल कैपिटल, कि पार्टी के इंटरेस्ट मजबूत होण, पार्टी मजबूत होए, पार्टी का कंट्रोल रहे, है ना, चाइनीज कम्युनिस्ट पार्टी का, एंड वो सरकार जिहड़ी है उस हिसाब नाल सीसीपी या फिर चाइनीज कम्युनिस्ट पार्टी जिहड़ी है वो चलाती रहे। सो ये किहड़ा मॉडल है? ये मॉडल है चाइना लेड स्टेट कैपिटलिज्म का, या फिर चाइनीज स्टेट कैपिटलिज्म का। इत्थे फ्री मार्केट्स ऑपरेट कर रही ने, बट किहदे कंट्रोल दे अंदर? चाइना दी गवर्नमेंट दे कंट्रोल दे विदिन, राइट। सो दैट इज बोथ 1 and 2 आर करेक्ट हियर, आंसर विल बी सी। ठीक है, ये तुसीं इत्थे पढ़ सकते हो, इहदा स्क्रीनशॉट भी लै सकते हो। ऑलराइट, क्वेश्चन नंबर 15, विच ऑफ द फॉलोइंग स्टेटमेंट्स इज और आर इनकरेक्ट रिगार्डिंग फिस्कल कंसोलिडेशन? पहला, it essentially means to reduce government annual borrowings and further reduce the historic cumulative public debt। दूसरा, it can enable the government to spend more on infrastructure and social sectors। हाँ जी, दसो की आंसर होएगा इत्थे?
ਦੇਖੋ ਜਦੋਂ ਅਸੀਂ ਗੱਲ ਕਰਦੇ ਆ ਫਿਸਕਲ ਕੰਸੋਲੀਡੇਸ਼ਨ ਦੀ, ਇਹਦਾ ਮਤਲਬ ਕੀ ਹੈ ਕਿ ਸਰਕਾਰ ਆਪਣੇ ਖਰਚੇ ਜਿਹੜੇ ਆ ਉਹਨਾਂ ਨੂੰ ਘਟਾਵੇ ਤੇ ਸੇਵਿੰਗ ਕਰੇ, ਤੇ ਇੰਟਰਸਟ ਜਿਹੜੇ ਪੇ ਕਰ ਰਹੀ ਹੈ ਸਰਕਾਰ ਲੋਨਸ ਤੇ, ਉਹਦਾ ਅਸੀਂ ਦੇਖੀਏ ਕਿ ਅਮਾਉਂਟ ਰਿਡਿਊਸ ਹੋਵੇ, ਰਾਈਟ। ਸੋ ਪਹਿਲੀ ਸਟੇਟਮੈਂਟ ਜਿਹੜੀ ਉਹ ਸਹੀ ਹੈ। ਪਬਲਿਕ ਡੈਟ ਦਾ ਮਤਲਬ ਹੈ ਇੰਟਰਨਲ ਪਲੱਸ ਐਕਸਟਰਨਲ ਜਿਹੜਾ ਡੈਟ ਹੁੰਦਾ ਹੈ ਉਹਨੂੰ ਅਸੀਂ ਐਡ ਕਰਕੇ ਕਹਿੰਦੇ ਆ ਕੀ ਹੈ, ਪਬਲਿਕ ਡੈਟ ਹੈ। ਤੇ ਦੂਜੀ ਸਟੇਟਮੈਂਟ that it can enable government to spend more on infrastructure and social sectors, ਬਿਲਕੁਲ ਜੇ ਦੇਖੋ ਅਸੀਂ ਆਪਣੇ ਲੋਨਸ ਨੂੰ ਰਿਡਿਊਸ ਕਰਦੇ ਆ ਤੇ ਸਾਡਾ ਜਿਹੜਾ ਪੈਸਾ ਲੱਗ ਰਿਹਾ ਹੈ ਕਿਹਦੇ ਤੇ, ਇੰਟਰਸਟ ਪੇਮੈਂਟ ਤੇ, ਜਿੰਨੀ ਅਮਾਉਂਟ ਆਫ ਮਨੀ ਲੱਗ ਰਹੀ ਹੈ ਔਨ ਇੰਟਰਸਟ ਪੇਮੈਂਟਸ, ਇਹ ਵੀ ਕੀ ਹੋ ਜਾਏਗੀ, ਰਿਡਿਊਸ ਹੋ ਜਾਏਗੀ, ਰਾਈਟ। ਸੋ ਨਾਓ ਵੀ ਹੈਵ ਮੋਰ ਮਨੀ ਅਵੇਲੇਬਲ ਟੂ ਸਪੈਂਡ ਔਨ ਸੋਸ਼ਲ ਸੈਕਟਰ, ਟੂ ਸਪੈਂਡ ਔਨ ਇੰਫਰਾਸਟ੍ਰਕਚਰ, ਤਾਂ ਕਰਕੇ ਦੂਜੀ ਇਜ਼ ਆਲਸੋ ਕਰੈਕਟ। ਆਨਸਰ ਕੀ ਹੋ ਜਾਏਗਾ, ਡੀ, दैट इज ਕੋਈ ਵੀ ਸਟੇਟਮੈਂਟ ਜਿਹੜੀ ਹੈ ਉਹ ਤੁਹਾਡੀ ਗਲਤ ਨਹੀਂ ਹੈ, ਰਾਈਟ। ਚਲੋ ਕੁਐਸਚਨ ਨੰਬਰ 16, which of the following statements either are correct regarding PPP, that is purchasing power parity। पहली स्टेटमेंट की कह रही है जी, पहली स्टेटमेंट कह रही है the theory of PPP was developed by Gustav Cassel in 1918। second, PPP is the rate at which the currency of one country would have to be converted into that of another country to buy the same amount of goods and services in each country। सो ਇੱਥੇ ਦੋ ਸਟੇਟਮੈਂਟਸ ਨੇ ਪੀਪੀਪੀ ਦੇ ਰਿਗਾਰਡਿੰਗ, ਦੋਨੋਂ ਸਟੇਟਮੈਂਟ ਸਹੀ ਨੇ। ਪਹਿਲੀ ਫੈਕਚੁਅਲ ਸਟੇਟਮੈਂਟ ਹੈ, ਗੁਸਤਵ ਕੈਸਲ ਨੇ 1918 ਚ ਡਿਵੈਲਪ ਕੀਤਾ ਸੀਗਾ ਇਹ ਮਾਡਲ, ਐਂਡ ਦੂਸਰੀ ਸਟੇਟਮੈਂਟ ਜਿਹੜੀ ਹੈ ਉਹ ਬੇਸਿਕਲੀ ਡਿਫਾਈਨ ਕਰ ਰਹੀ ਹੈ ਪਰਚੇਸਿੰਗ ਪਾਵਰ ਪੈਰਿਟੀ ਨੂੰ। ਸੋ ਬੋਥ ਦ ਸਟੇਟਮੈਂਟਸ ਆਰ ਕਰੈਕਟ, ਠੀਕ ਹੈ ਜੀ। ਕੁਐਸਚਨ ਨੰਬਰ 17, ਅਕੋਰਡਿੰਗ ਟੂ ਯੂਨੀਅਨ ਮਿਨਿਸਟਰ ਫॉर ਹਾਊਸਿੰਗ ਐਂਡ ਅਰਬਨ ਅਫੇਅर्स, ਇੰਡੀਆ ਇਜ਼ ਪੋਇਸਡ ਟੂ ਓਵਰਟੇਕ Japan and South Korea to become the largest metro rail network in the world। You have to tell that, is it 10th largest, 5th largest, 6th largest or 3rd largest? A B C D ਚ ਤੁਹਾਡੇ ਕੋਲ ਆਪਸ਼ਨ ਨੇ, ਹਾਂਜੀ recently ਇਹ news ਵਿੱਚ ਵੀ ਸੀਗਾ। all right, so answer here is C, that is 3rd largest metro rail network ਜਿਹੜਾ ਹੈ ਉਹ ਇੰਡੀਆ ਬਣ ਜਾਏਗਾ after overtaking Japan and South Korea। presently we are the 5th largest metro rail network in the world, right? ठीक है। question number 18, which of the following leader gave stress on 2 FDIs, that is first develop in India or first develop India, दूजा foreign direct investment। so is it Shashi Tharoor or Prime Minister Narendra Modi or Arvind Kejriwal or Nitish Kumar? so answer here is Honorable Prime Minister Narendra Modi gave stress on FDI having two meanings, that is first develop India and of course foreign direct investment। all right, question number 19, the Grameen Bank movement was pioneered by which economist? हाँ जी, अमर्त्य सेन, योगिंदर अलग, संतोष भट्टाचार्य और मोहम्मद यूनुस। so Grameen Bank, we all know it was pioneered by the great economist Mohammad Yunus, right? so the task of promoting Grameen Bank movement in India was pioneered by visionary of the Indian subcontinent Professor Mohammad Yunus। all right, last question for the day, which of the following statements are correct? पहली, Greenfield FDI is the investment in which the MNC acquires the shares of an existing company in the host country, and Brownfield FDI is a type of investment in which a parent company creates a subsidiary in the host country। so you have to mark the correct statement। दो statements ਇੱਥੇ ਗਲਤ ਨੇ, ਪਹਿਲੀ ਵੀ ਗਲਤ ਹੈ, ਦੂਜੀ ਵੀ ਗਲਤ ਹੈ, तो ਤੁਹਾਡਾ ਆਨਸਰ ਕੀ ਹੋ ਜਾਏਗਾ? neither 1 nor 2 is correct। ਦੇਖੋ ਇੰਟਰਚੇਂਜ ਕੀਤਾ ਹੋਇਆ ਹੈ, ਗ੍ਰੀਨਫੀਲਡ ਕਿਹੜੀ ਹੈ, ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਪੇਰੈਂਟ ਕੰਪਨੀ ਕ੍ਰੀਏਟ ਕਰ ਰਹੀ ਹੈ ਕੋਈ ਫਰੈਸ਼ ਇਨਵੈਸਟਮੈਂਟ ਜਾਂ ਫਿਰ ਫਰੈਸ਼ ਕੰਪਨੀ, ਫਰੈਸ਼ ਸਬਸਿਡੀ। ਗ੍ਰੀਨਫੀਲਡ ਹਮੇਸ਼ਾ ਐਸੋਸੀਏਟ ਕਰੇਗਾ ਵਿਦ ਸਮਥਿੰਗ which is new, which is fresh, right? ਤੇ ਜਿਹੜੀ ਫਰੈਸ਼ ਇਨਵੈਸਟਮੈਂਟ ਹੋਏਗੀ, ਜਿਹੜੀ ਕਿਸੇ ਵੀ ਪ੍ਰੋਜੈਕਟ ਨੂੰ ਫਰੈਸ਼ ਤੋਂ ਸਕ੍ਰੈਚ ਤੋਂ ਸਟਾਰਟ ਕਰ ਰਹੀ ਹੈ, ਬਿਲਕੁਲ ਜ਼ੀਰੋ ਤੋਂ ਸਟਾਰਟ ਕਰ ਰਹੀ ਹੈ, ਜਾਂ ਫਿਰ ਕਿਸੇ ਕੰਪਨੀ ਨੂੰ ਬਿਲਕੁਲ ਸਟਾਰਟਿੰਗ ਤੋਂ ਬਿਲਡ ਕਰ ਰਹੀ ਹੈ, that is with respect to greenfield। then brownfield ਜਿਹੜਾ ਹੈ, ਇਹਦੀ ਡੈਫੀਨੇਸ਼ਨ ਇੱਥੇ ਦਿੱਤੀ ਗਈ ਹੈ, that is ਜਿੱਥੇ ਕੋਈ ਐਗਜ਼ਿਸਟਿੰਗ ਕੰਪਨੀ ਦੇ ਸ਼ੇਅਰਸ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ, right? so answer here will be D, that is ਕੋਈ ਵੀ ਸਟੇਟਮੈਂਟ ਸਹੀ ਨਹੀਂ ਹੈ, and this is greenfield and brownfield। ਤੁਸੀਂ ਇਹਨੂੰ ਰੀਡ ਕਰ ਸਕਦੇ ਹੋ, ਰਾਈਟ? ਆਈ ਹੈਵ ਆਲਰੇਡੀ ਐਕਸਪਲੇਨਡ ਦਿਸ ਟੂ ਯੂ, ਰਾਈਟ? ਸੋ ਅੱਜ ਦੇ ਲਈ ਇੰਨਾ ਹੀ। ਥੈਂਕ ਯੂ ਸੋ ਮਚ। ਮਿਲਾਂਗੇ ਇਦਾਂ ਦੇ ਕਿਸੇ ਅਗਲੇ ਹੋਰ ਸੈਸ਼ਨ ਵਿੱਚ। ਅੰਟਿਲ ਦੈਨ ਪੜ੍ਹਦੇ ਰਹੋ, ਤਿਆਰੀ ਕਰਦੇ ਰਹੋ ਚੰਗੇ ਤਰੀਕੇ ਨਾਲ। ਨੋਟੀਫਿਕੇਸ਼ਨ ਹੋ ਸਕਦਾ ਹੈ ਜਲਦੀ ਆ ਜਾਵੇ PCS ਦੀ, ਦਸੰਬਰ ਵਿੱਚ ਉਮੀਦ ਹੈ ਸਾਨੂੰ, ਹੈ ਨਾ? ਫਿਰ ਦੇਖਾਂਗੇ ਅੱਗੇ ਹੋਰ ਤਿਆਰੀ ਨੂੰ ਖਿੱਚਾਂਗੇ। ਅੰਟਿਲ ਦੈਨ ਆਲ ਆਫ ਯੂ ਸਟੱਡੀ ਵੈਲ, ਸਟੇ ਸੇਫ। ਜੈ ਹਿੰਦ, ਜੈ ਭਾਰਤ, ਬਾਏ ਬਾਏ ਐਂਡ ਟੇਕ ਕੇਅਰ।